ਸਨ ਇਹਨਾਂ ਨੂੰ ਇਸ ਤਰੀਕੇ ਨਾਲ ਉਹਨਾਂ ਵੱਲੋਂ ਦਿੱਤਾ ਗਿਆ। ਲੇਕਿਨ ਸਭ ਤੋਂ ਵੱਡਾ ਸਵਾਲ ਇਹ ਕਿ ਕਾਂਗਰਸ ਆਖਰ ਆਪਣੇ ਲੋਕਾਂ ਨੂੰ ਕਿਉਂ ਨਹੀਂ ਸੰਭਾਲ ਪਾ ਰਹੀ। ਇਹ ਤੀਸਰੇ ਤਿੰਨ ਝਟਕੇ ਨੇ। ਪਹਿਲਾਂ ਰਾਣਾ ਗੁਰਮੀਤ ਸਿੰਘ ਸੋਢੀ ਗਏ, ਹੁਣ ਫਤਿਹਜੰਗ ਸਿੰਘ ਬਾਜਵਾ ਸਾਹਿਬ ਗਏ, ਇਸ ਤੋਂ ਇਲਾਵਾ ਬਲਵਿੰਦਰ ਸਿੰਘ ਲਾਡੀ ਗਏ। ਤਿੰਨ ਵੱਡੇ ਝਟਕੇ ਕਾਂਗਰਸ ਨੂੰ ਭਾਜਪਾ ਵੱਲੋਂ ਦਿੱਤੇ ਗਏ ਨੇ। ਤੇ ਮੰਨਿਆ ਜਾਏ ਕਿ ਜਿਹੜਾ ਕਿਹਾ ਜਾਂਦਾ ਹੈ ਕਿ ਜਦੋਂ ਇਲੈਕਸ਼ਨ ਕਿਤੇ ਆਉਂਦਾ ਤਾਂ ਬੀਜੇਪੀ ਜਿਸ ਤਰੀਕੇ ਨਾਲ ਐਕਟੀਵੇਟ ਹੁੰਦੀ ਹੈ, ਕਿ ਹੁਣ ਬੀਜੇਪੀ ਉਸ ਤਰੀਕੇ ਨਾਲ ਐਕਟੀਵੇਟ ਹੁੰਦੀ ਹੋਈ ਨਜ਼ਰ ਆ ਰਹੀ ਹੈ, ਕਿ ਬੀਜੇਪੀ ਪੰਜਾਬ ਦੇ ਵਿੱਚ ਵੱਧਦੀ ਨਜ਼ਰ ਆ ਰਹੀ। ਤੇ ਇਹ ਸ਼ਾਇਦ ਉਸ ਚੀਜ਼ ਦਾ ਇੱਕ ਪ੍ਰਮਾਣ ਹੈ ਕਿ ਬੀਜੇਪੀ ਕਿਸ ਤਰੀਕੇ ਨਾਲ ਆਪਣੀ ਇਸ ਪੂਰੀ ਕਵਾਇਦ ਨੂੰ ਅੱਗੇ ਲੈ ਕੇ ਜਾ ਰਹੀ ਹੈ। ਫਤਿਹਜੰਗ ਬਾਜਵਾ ਦਾ ਆਉਣਾ, ਕਾਦੀਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਆਪਣਾ ਪ੍ਰਚਾਰ ਸ਼ੁਰੂ ਕੀਤਾ, ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਖੁਦ ਸ਼ੁਰੂ ਹੋਏ ਨੇ ਕਿ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਜੱਦੀ ਸੀਟ ਹੈ, ਉਹ ਉੱਥੋਂ ਇਲੈਕਸ਼ਨ ਲੜਨਾ ਚਾਹੁੰਦੇ ਨੇ। ਤੇ ਇਹ ਮੰਨਿਆ ਜਾਏ ਕਿ ਜਿਸ ਤਰੀਕੇ ਦੇ ਨਾਲ ਇਹ ਫਤਿਹਜੰਗ ਬਾਜਵਾ ਦਾ ਜੁਆਇਨ ਕਰਨਾ, ਪ੍ਰਤਾਪ ਸਿੰਘ ਬਾਜਵਾ ਜਿਹੜਾ ਇੱਕ ਪਰਿਵਾਰ ਹੈ ਉਹਦੇ ਵਾਸਤੇ ਇੱਕ ਵੱਡਾ ਝਟਕਾ ਬਣਿਆ ਜਾ ਸਕਦਾ। ਤੇ ਕਾਂਗਰਸ ਵਾਸਤੇ ਉਸ ਤੋਂ ਵੱਡਾ ਝਟਕਾ ਹੈ ਕਿ ਉਹਨਾਂ ਦੇ ਸਿਟਿੰਗ ਐਮਐਲਏ ਜਿਹੜੇ ਨੇ ਉਹ ਛੱਡ ਕੇ ਗਏ ਨੇ। ਦੂਸਰੇ ਪਾਸੇ ਬਲਵਿੰਦਰ ਸਿੰਘ ਲਾਡੀ ਸ਼੍ਰੀ ਹਰਗੋਬਿੰਦਪੁਰਾ ਤੋਂ ਜਿਹੜੇ ਐਮਐਲਏ ਨੇ, ਵਿਧਾਇਕ ਨੇ, ਉਹ ਉੱਥੋਂ ਛੱਡ ਕੇ ਅੱਜ ਭਾਜਪਾ ਸ਼ਾਮਲ ਹੋਏ ਨੇ। ਤੇ ਜ਼ਾਹਿਰ ਤੌਰ ਤੇ ਵੱਡਾ ਝਟਕਾ ਜਿਹੜਾ ਭਾਜਪਾ ਕਾਂਗਰਸ ਵਾਸਤੇ ਹੈਗਾ। बिल्कुल हरप्रीत, हैरानी की गल ये भी है कि कांग्रेस के अलावा बीजेपी की हालत भी पंजाब कुछ खास सही नहीं है। फिर ये नेता आखिर बीजेपी का दामन क्यों थाम रहे हैं? आखिर कोई खास वजह? जी हरप्रीत, आवाज मिल पा रही है? ਹਰਪ੍ਰੀਤ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਹੈਰਾਨੀ ਦੀ ਗੱਲ ਇੱਥੇ ਇਹ ਵੀ ਹੈ ਕਿ ਕਾਂਗਰਸ ਦੇ ਇਲਾਵਾ ਜੇਕਰ ਗੱਲ ਕੀਤੀ ਜਾਵੇ ਬੀਜੇਪੀ ਦੀ, ਤੇ ਬੀਜੇਪੀ ਦੀ ਹਾਲਤ ਵੀ ਪੰਜਾਬ ਵਿੱਚ ਕੁਝ ਖਾਸ ਸਹੀ ਨਹੀਂ ਹੈ। ਫਿਰ ਇਹ ਨੇਤਾ ਆਖਿਰ ਇਹ ਆਗੂ ਆਖਿਰ ਬੀਜੇਪੀ ਦਾ ਦਾਮਨ ਕਿਉਂ ਥਾਮ ਰਹੇ ਨੇ? ਕੋਈ ਖਾਸ ਵਜ੍ਹਾ? ਦੇਖੋ, ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੀ ਨੀਤੀਆਂ ਤੇ ਸਾਨੂੰ ਵਿਸ਼ਵਾਸ ਨਹੀਂ ਰਿਹਾ। ਪਾਰਟੀ ਦੀ ਜੋ ਨੀਤੀਆਂ ਸਨ, ਜੋ ਪਾਰਟੀ ਦੇ ਕੰਮ ਕਰਨ ਦੇ ਤਰੀਕੇ ਸਨ, ਉਸ ਤੇ ਵੀ ਇਹ ਬਾਜਵਾ ਸਾਹਿਬ ਦਾ ਕਹਿਣਾ। ਹਾਲਾਂਕਿ ਬਲਵਿੰਦਰ ਲਾਡੀ ਜ਼ਰੂਰ ਇਸ ਤੋਂ ਬਚਦੇ ਨਜ਼ਰ ਆਏ, ਉਹ ਜ਼ਰੂਰ ਇਸ ਗੱਲ ਤੋਂ ਅਜੇ ਵੀ ਕਤਰਾਉਂਦੇ ਨਜ਼ਰ ਆਏ ਕਿ ਉਹ ਇਸ ਗੱਲ ਦੇ ਉੱਤੇ ਕੋਈ ਗੱਲਬਾਤ ਕਰਨ। ਲੇਕਿਨ ਇੱਕ ਤਸਵੀਰ ਬਿਲਕੁਲ ਸਾਫ਼ ਹੈ ਕਿ ਜਿੰਨੇ ਲੋਕਾਂ ਨੇ ਅੱਜ ਜੁਆਇਨ ਕੀਤਾ, ਚਾਹੇ ਉਹ ਰਾਜਦੇਵ ਸਿੰਘ ਖਾਲਸਾ ਸਾਬਕਾ ਸਾਂਸਦ ਰਹੇ ਹੋਣ ਜਾਂ ਹੋਰ ਜਿਹੜੇ ਲੀਡਰਸ ਨੇ ਅੱਜ ਵੀ ਜੁਆਇਨ ਕੀਤਾ, ਇਹਦੇ ਨਾਲ ਇੱਕ ਚੀਜ਼ ਸਾਫ਼ ਹੈ ਕਿ ਬੀਜੇਪੀ ਆਪਣੇ ਪੈਰ ਜਿਹੜੇ ਨੇ ਉਹ ਵੱਡੇ ਪਸਾਰ ਰਹੀ ਹੈ। ਬੀਜੇਪੀ ਪੰਜਾਬ 'ਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਾਇਦ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੇ ਪੈਰਲਲ ਆਪਣੇ ਆਪ ਨੂੰ ਖੜਾ ਕਰਨ ਦੀ ਕੋਸ਼ਿਸ਼ ਵੀ ਕਰੇਗੀ, ਕਿਉਂਕਿ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਵੀਂ ਹੋਵੇ, ਲੇਕਿਨ ਕੈਪਟਨ ਅਮਰਿੰਦਰ ਸਿੰਘ ਪੁਰਾਣੇ ਲੀਡਰ ਰਹੇ ਨੇ, ਪੁਰਾਣੇ ਸਾਬਕਾ ਮੁੱਖ ਮੰਤਰੀ ਰਹੇ ਨੇ। ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਦੇ ਜਿਹੜੇ ਲੋਕ ਨੇ, ਜਿਹੜੇ ਉਹਨਾਂ ਦਾ ਇੱਕ ਆਪਣਾ ਇੱਕ ਅਕਸ ਹੈ, ਉਸ ਨੂੰ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਵੱਡੇ ਲੀਡਰਾਂ ਨੂੰ ਲਿਆ ਕੇ ਕੱਟ ਕਰਨ ਦੀ ਜ਼ਰੂਰ ਕੋਸ਼ਿਸ਼ ਹੋਏਗੀ ਕਿ ਕਿਤੇ ਜਦੋਂ ਸੀਟਾਂ ਦਾ ਬਟਵਾਰਾ ਹੋਵੇ, ਕਿਉਂਕਿ ਦੋ ਮੈਂਬਰੀ ਕਮੇਟੀ ਬਣੀ ਹੈ ਤਿੰਨਾਂ ਪਾਰਟੀਆਂ ਵੱਲੋਂ, ਤੇ ਕਿਤੇ ਇਹ ਨਾ ਹੋਵੇ ਕਿ ਉਹ ਕਹਿਣ ਕਿ ਉਹਨਾਂ ਦਾ ਅਕਸ ਜ਼ਿਆਦਾ ਵੱਡਾ ਤੇ ਉਹਨਾਂ ਨੂੰ ਸੀਟਾਂ ਜ਼ਿਆਦਾ ਦਿੱਤੀਆਂ ਜਾਣ। ਤੇ ਇਸੇ ਕਰਕੇ ਮੰਨਿਆ ਜਾ ਰਿਹਾ ਕਿ ਇੰਨੇ ਸਾਰੇ ਜਿਹੜੀ ਅਗਵਾਈ, ਜਿਹੜੀ ਇੰਨੀ ਸਾਰੀ ਕਵਾਇਦ ਚੱਲ ਰਹੀ ਹੈ, ਇੰਨੇ ਵੱਡੇ ਨਾਮ ਜਿਹੜੇ ਸ਼ਾਮਿਲ ਕਰਾਏ ਜਾਣੇ ਨੇ, ਚਾਹੇ ਉਹ ਰਾਣਾ ਗੁਰਮੀਤ ਸਿੰਘ ਸੋਢੀ ਹੋਣ, ਚਾਹੇ ਉਹ ਬਾਜਵਾ ਸਾਹਿਬ ਹੋਣ ਜਾਂ ਬਲਵਿੰਦਰ ਸਿੰਘ ਲਾਡੀ ਹੋਣ, ਇਹਨਾਂ ਨੂੰ ਸ਼ਾਮਿਲ ਕਰਾ ਕੇ ਬੀਜੇਪੀ ਇੱਕ ਤਾਂ ਸੰਦੇਸ਼ ਤੇ ਬਿਲਕੁਲ ਸਾਫ਼ ਦੇ ਰਹੀ ਹੈ ਕਿ ਅਸੀਂ ਲੋਕ ਅੱਗੇ ਵਧ ਰਹੇ ਹਾਂ ਤੇ ਅੱਗੇ ਹੋ ਕੇ ਚੁਣਾਵ ਲੜਿਆ ਜਾਏਗਾ। ਬਾਜਵਾ ਸਾਹਿਬ ਨੂੰ ਪੁੱਛਿਆ ਕਿ ਚੁਣਾਵ ਲੜਨਗੇ, ਤਾਂ ਉਹ ਕਹਿੰਦੇ ਨੇ ਹਾਂ ਮੈਂ ਬਿਲਕੁਲ ਚੁਣਾਵ ਲੜਾਂਗਾ, ਮੈਂ ਚੁਣਾਵ ਲੜਨ ਲਈ ਬਿਲਕੁਲ ਤਿਆਰ ਹਾਂ। ਤੇ ਮੰਨਿਆ ਜਾਏ ਕਿ ਕਾਦੀਆਂ ਦੇ ਵਿੱਚ ਹੁਣ ਬਾਜਵਾ ਵਰਸਸ ਬਾਜਵਾ ਕੀ ਦੇਖਣ ਨੂੰ ਮਿਲੇਗਾ, ਦੋਵੇਂ ਭਰਾ ਆਮਣੇ ਸਾਹਮਣੇ ਹੋਣਗੇ, ਇਹ ਇੱਕ ਕਾਫੀ ਦਿਲਚਸਪ ਰਹੇਗਾ। ਦੂਸਰੇ ਪਾਸੇ ਜਦੋਂ ਲਾਡੀ ਨੂੰ ਪੁੱਛਿਆ ਗਿਆ ਕਿ ਟਿਕਟ ਕੱਟੀ ਜਾ ਰਹੀ ਸੀ, ਉਹ ਕਹਿੰਦੇ ਨੇ ਟਿਕਟ ਨਹੀਂ ਕੱਟੀ ਜਾ ਰਹੀ ਸੀ, ਟਿਕਟ ਤੇ ਮਿਲਦੀ, ਲੇਕਿਨ ਮੈਂ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋਇਆ, ਬੀਜੇਪੀ ਜਿਹੜੇ ਕੰਮ ਕਰ ਰਹੀ ਹੈ ਉਹਨਾਂ ਤੋਂ ਪ੍ਰਭਾਵਿਤ ਹੋਇਆ, ਉਹਨਾਂ ਨੂੰ ਲੈ ਕੇ ਹੀ ਮੈਂ ਜੁਆਇਨ ਕਰ ਰਿਹਾ। ਤੇ ਇਹ ਕਿਤੇ ਨਾ ਕਿਤੇ ਜਿਹੜੇ ਪੋਲੀਟੀਕਲ ਸਟੇਟਸਮੈਂਟਸ ਨੇ, ਇਹਨਾਂ ਨੂੰ ਦੇ ਕੇ ਆਪਣੇ ਆਪ ਨੂੰ ਅੱਜ ਬਚਾਉਣ ਦੀ ਕੋਸ਼ਿਸ਼ ਹੈ। ਲੇਕਿਨ ਇੱਕ ਬੜਾ ਵੱਡਾ ਝਟਕਾ ਕਿਹਾ ਜਾ ਸਕਦਾ ਹੈ ਕਿ ਉਸ ਪਰਿਵਾਰ ਲਈ, ਖਾਸ ਤੌਰ ਤੇ ਬਾਜਵਾ ਪਰਿਵਾਰ ਲਈ, ਕਿ ਬਾਜਵਾ ਸਾਹਿਬ ਜਿਸ ਤਰੀਕੇ ਨਾਲ ਲਗਾਤਾਰ ਕਾਂਗਰਸ ਦੀ ਹਿਮਾਇਤ ਕਰਦੇ ਨਜ਼ਰ ਆਉਂਦੇ ਨੇ, ਲਗਾਤਾਰ ਉਹ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੀ ਗੱਲ ਕਰਦੇ ਨੇ, ਉਹਨਾਂ ਦੇ ਹੀ ਛੋਟੇ ਭਰਾ ਇਸ ਤਰੀਕੇ ਨਾਲ ਆ ਕੇ ਕਹਿਣ ਕਿ ਪਾਰਟੀ ਇੱਕ ਪ੍ਰਾਈਵੇਟ ਲਿਮਟਿਡ ਬਣ ਕੇ ਰਹਿ ਗਈ ਹੈ, ਤੇ ਇਸ ਕਰਕੇ ਮੈਂ ਉਹਨੂੰ ਅਲਵਿਦਾ ਕਹਿ ਰਿਹਾ, ਤੇ ਆਪਣੇ ਆਪ 'ਚ ਬੜੇ ਵੱਡੇ ਸਵਾਲ ਖੜੇ ਕਰਦਾ। ਬਿਲਕੁਲ ਹਰਪ੍ਰੀਤ, ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਕਿਤੇ ਨਾ ਕਿਤੇ ਇਹਨਾਂ ਦੀ ਜੋ ਨੀਤੀਆਂ ਸੀ ਉਹ ਤੋਂ ਸੰਤੁਸ਼ਟ ਨਹੀਂ ਸੀ, ਅਸੰਤੋਸ਼ ਰਹੇ ਸੀ, ਇਸੇ ਦੇ ਚਲਦੇ ਫਤਿਹਜੰਗ ਬਾਜਵਾ ਔਰ ਬਲਵਿੰਦਰ ਸਿੰਘ ਲਾਡੀ ਜੋ ਹੈ ਉਹ ਵੀ ਅਸੰਤੋਸ਼ ਰਹੇ। ਇਸ ਦੇ ਚਲਦੇ ਇਹਨਾਂ ਵੱਲੋਂ ਬੀਜੇਪੀ ਜੋ ਹੈ ਜੁਆਇਨ ਕੀਤਾ ਗਿਆ। ਤੇ ਹੁਣ ਦੇਖਣਾ ਹੀ ਹੋਏਗਾ, ਸਵਾਲ ਇੱਥੇ ਹੀ ਖੜਾ ਹੁੰਦਾ ਹੈ ਕਿ ਕੀ ਬੀਜੇਪੀ ਇਹਨਾਂ ਦੀ ਰਾਜਨੀਤਿਕ ਖੁਆਇਸ਼ਾਂ ਨੂੰ ਪੂਰਾ ਕਰ ਪਾਏਗੀ? ਦੇਖੋ, ਜ਼ਾਹਿਰ ਤੌਰ ਤੇ ਜਦੋਂ ਇਸ ਤਰੀਕੇ ਦੇ ਨਾਲ ਜਦੋਂ ਜੁਆਇਨਿੰਗਸ ਕੀਤੀਆਂ ਜਾਂਦੀਆਂ ਨੇ, ਜਦੋਂ ਇਸ ਤਰੀਕੇ ਨਾਲ ਜੁਆਇਨਿੰਗਸ ਹੁੰਦੀਆਂ ਨੇ, ਤਾਂ ਉਹਦੀਆਂ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ, ਇਹਨਾਂ ਨੂੰ ਪੋਲੀਟੀਕਲ ਗੇਮਸ ਕਹੀਦਾ ਹੈ। ਕਿਉਂਕਿ ਜਿਵੇਂ ਹੀ ਕਿਤੇ ਇਲੈਕਸ਼ਨਸ ਆਉਂਦੀਆਂ ਨੇ, ਤਾਂ ਇਸ ਤਰੀਕੇ ਦੀਆਂ ਜਿਹੜੀਆਂ ਆਦਾਨ ਪ੍ਰਦਾਨ ਹੁੰਦੇ ਨੇ, ਪਾਰਟੀਆਂ 'ਚ ਆਉਣਾ ਜਾਣਾ ਹੁੰਦਾ, ਉਹ ਨਾਰਮਲੀ ਸ਼ੁਰੂ ਹੋ ਜਾਂਦਾ ਹੈ। ਤੇ ਕੀ ਇਹਦੇ 'ਚ ਜਦੋਂ ਹੁਣ ਬਾਜਵਾ ਸਾਹਿਬ ਜਾਂ ਲਾਡੀ ਸਾਹਿਬ ਜਿਹੜੇ ਆਏ ਨੇ, ਕਿਉਂਕਿ ਸਿਟਿੰਗ ਐਮਐਲਏ ਨੇ, ਕਾਂਗਰਸ ਲਈ ਆਪਣੇ ਆਪ 'ਚ ਬੜਾ ਵੱਡਾ ਝਟਕਾ ਹੈ ਕਿ ਜਿਸ ਕਾਂਗਰਸ ਬਾਜਵਾ ਦੇ ਨਾਲ ਨਵਜੋਤ ਸਿੰਘ ਸਿੱਧੂ, ਫਤਿਹਜੰਗ ਬਾਜਵਾ ਦੇ ਨਾਲ ਨਵਜੋਤ ਸਿੰਘ ਸਿੱਧੂ ਖੜੇ ਨਜ਼ਰ ਆਉਂਦੇ ਹੁਣ, ਉਹ ਉਹਨਾਂ ਦਾ ਹੱਥ ਛੱਡ ਕੇ ਆ ਕੇ
ਕੇ ਭਾਜਪਾ ਦਾ ਦਾਮਨ ਥਾਮ ਲੈਣ, ਇਹ ਆਪਣੇ ਆਪ 'ਚ ਬੜਾ ਵੱਡਾ ਇੱਕ ਸਵਾਲ ਖੜਾ ਹੁੰਦਾ ਹੈ ਕਿ ਆਖਰ ਪਾਰਟੀ ਦੀ ਨੀਤੀਆਂ ਕਿੱਥੇ ਗੜਬੜੇ, ਕਿ ਸੀਐਮ ਵਰਸਸ ਸੁਪਰ ਸੀਐਮ ਦੀ ਜਿਹੜੀ ਲੜਾਈ ਹੈ ਜਾਂ ਸੀਐਮ ਵਰਸਸ ਪ੍ਰਧਾਨ ਦੀ ਜਿਹੜੀ ਲੜਾਈ ਹੈ, ਉਸ ਲੜਾਈ ਦਾ ਖਾਮਿਆਜਾ ਪਾਰਟੀ ਭੁਗਤ ਰਹੀ ਹੈ ਜਾਂ ਪਾਰਟੀ ਦੀ ਨੀਤੀਆਂ ਵਾਕਈ 'ਚ ਇੰਨੀਆਂ ਜ਼ਿਆਦਾ ਖਰਾਬ ਹੋ ਗਈਆਂ, ਪਾਰਟੀ ਨੇ ਜੋ ਵਾਅਦੇ ਕੀਤੇ ਸਨ ਉਹ ਡਿਲੀਵਰ ਨਹੀਂ ਹੋ ਪਾਏ, ਹਰ ਜਗ੍ਹਾ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ, ਉਸ ਤੋਂ ਆਪਣੀ ਜਾਨ ਬਚਾਉਣ ਵਾਸਤੇ ਪਾਰਟੀ ਨੂੰ ਅਲਵਿਦਾ ਕਿਹਾ ਜਾ ਰਿਹਾ। ਇਹ ਬੜੇ ਵੱਡੇ ਸਵਾਲ ਨੇ। ਜ਼ਾਹਿਰ ਤੌਰ ਤੇ ਜਨਤਾ ਜਿਹੜੀ ਇਹਨਾਂ ਸਵਾਲਾਂ ਨੂੰ ਜ਼ਰੂਰ ਪੁੱਛੇਗੀ, ਲੇਕਿਨ ਇੱਕ ਤਸਵੀਰ ਜ਼ਰੂਰ ਸਾਫ਼ ਹੈ ਕਿ ਇਹ ਜੋ ਲੋਕ ਅੱਜ ਜੁਆਇਨ ਕੀਤੇ ਨੇ ਸਾਫ਼ ਕਹਿ ਰਹੇ ਨੇ ਕਿ ਅਸੀਂ ਚੁਣਾਵ ਜ਼ਰੂਰ ਲੜਨ ਜਾ ਰਹੇ ਹਾਂ। ਬਿਲਕੁਲ ਹਰਪ੍ਰੀਤ, ਸਵਾਲ ਇੱਥੇ ਦੇਖਣਾ ਹੋਏਗਾ ਕਿ ਬੀਜੇਪੀ 'ਚ ਸ਼ਾਮਿਲ ਹੋਣ ਦੇ ਨਾਲ ਕਿ ਬੀਜੇਪੀ ਦੀ ਨਾਮ ਚੁਣਾਵੀ ਲਹਿਰ ਟਿਕ ਪਾਏਗੀ ਜਾਂ ਨਹੀਂ, ਇੱਥੇ ਇਹੀ ਦੇਖਣਾ ਹੋਏਗਾ। ਫਿਲਹਾਲ ਇਸ ਬੁਲੇਟਿਨ 'ਚ ਨਹੀਂ, ਮੇਰੇ ਤੋਂ ਇਜਾਜ਼ਤ, ਧੰਨਵਾਦ।